पार्टी सरपरस्त सरदार प्रकाश सिंह बादल जी की हाज़री च हलका लंबी दे पिंड पिट्टीवाला विखे एक लोक मिलनी नूं संबोधन किया गया ਅਤੇ ਹਾਜ਼ਰ ਲੋਕਾਂ ਦੇ ਨਾਲ ਅਕਾਲੀ ਬਸਪਾ ਗਠਜੋੜ ਦੇ 13 ਨੁਕਾਤੀ ਪ੍ਰੋਗਰਾਮਾਂ ਬਾਰੇ ਵਿਸਤਾਰ ਚ ਵਿਚਾਰ ਸਾਂਝੇ ਕੀਤੇ ਗਏ। 2009 ਦਾ ਉਹ ਦਿਨ ਯਾਦ ਆ ਰਿਹਾ ਹੈ ਜਿਸ ਦਿਨ ਘਰੋਂ ਚੱਕ ਕੇ ਆ ਭੈਣਾਂ ਦੀ ਤਰ੍ਹਾਂ ਜਿਹਨੂੰ ਆਪਣੇ ਬੱਚਿਆਂ ਨੂੰ ਸਾਂਭਦੀ ਸੀ, ਘਰ ਸਾਂਭਦੀ ਸੀ, ਇੱਕ ਆਮ ਨੂੰ ਚੱਕ ਕੇ ਤੁਸੀਂ ਸਭ ਤੋਂ ਪਹਿਲੇ ਮੈਂ ਇਸ ਪਿੰਡ ਵਿੱਚ ਆਈ ਆਪਣਾ ਸਿਆਸੀ ਜ਼ਿੰਦਗੀ ਸ਼ੁਰੂ ਕਰਨ ਵਾਸਤੇ ਜਿੱਥੇ ਬਾਦਲ ਸਾਹਿਬ ਤੇ ਪਾਰਟੀ ਦਾ ਹੁਕਮ ਹੋਇਆ ਸੀ ਤੇ ਮੈਨੂੰ ਅਜੇ ਵੀ ਯਾਦ ਹੈ ਕਿ ਰਾਜ ਜੀ ਨੇ ਢੋਲ ਢਮਾਕੇ ਦੇ ਨਾਲ ਡੈਡੀ ਇੱਥੇ ਮੇਰਾ ਸਵਾਗਤ ਕੀਤਾ ਸੀ। ਉਸ ਟਾਈਮ ਇੰਨਾ ਸਤਿਕਾਰ ਪਿੰਡ ਵਾਲਿਆਂ ਨੇ ਦਿੱਤਾ ਸੀ ਤੇ ਉਸ ਸਫ਼ਰ ਨੂੰ ਸ਼ੁਰੂ ਕਰਦੇ ਕਰਦੇ ਤੁਸੀਂ ਮੈਨੂੰ ਦੇਸ਼ ਦੀ ਕੇਂਦਰ ਵਿੱਚ ਵਜ਼ੀਰੀ ਤਾਈਂ ਬਿਠਾਤਾ ਜਿੱਥੇ 70 ਸਾਲ 'ਚ ਕੋਈ ਪੰਜਾਬ ਦੀ ਧੀ ਪਹੁੰਚ ਨਹੀਂ ਸਕੀ ਸੀ, ਉੱਥੇ ਤੁਸੀਂ ਸਾਰਿਆਂ ਨੇ ਮੈਨੂੰ ਪਹੁੰਚਾਤਾ ਤੇ ਮੈਂ ਜਿੰਨਾ ਤੁਹਾਡਾ ਸ਼ੁਕਰਾਨਾ ਕਰਾਂ ਉਹ ਘੱਟ ਰਹੂਗਾ। ਮੇਰੇ ਤੋਂ ਪਹਿਲੇ ਰਜਿਸਟਰ ਸਾਹਿਬ ਨੇ ਕੁਝ ਮੈਨੂੰ ਲੱਗਦਾ ਹੈ ਰਜਿਸਟਰ ਸਾਹਿਬ ਨੇ ਥੋੜਾ ਗਲਤਫਹਿਮੀ ਦੇ ਨਾਲ ਕੁਝ ਕਹਿਤਾ ਕਿ ਬਾਦਲ ਸਾਹਿਬ ਮੈਨੂੰ ਲੈ ਕੇ ਆਇਆ। ਮੈਂ ਅੱਜ ਬਾਦਲ ਸਾਹਿਬ ਨੂੰ ਤੁਹਾਡੇ ਕੋਲ ਲੈ ਕੇ ਆਇਆ ਇਸ ਕਰਕੇ ਬਾਦਲ ਸਾਹਿਬ ਨੂੰ ਆਉਣ ਵਾਲੇ ਸਮੇਂ 'ਚ ਤੁਸੀਂ ਸੁਪਰ ਸੀਐਮ ਬਣਾਉਣਾ ਹੈਗਾ ਤੇ ਇਹ ਬੀਬਾ ਬੁੱਬਾ ਦੇ ਬਸ ਦੀ ਗੱਲ ਨਹੀਂ। ਅੱਜ ਤੁਸੀਂ ਸਾਰਿਆਂ ਨੇ ਬਣਾਉਣਾ ਕਿ ਘਰ ਬੈਠੇ ਵੋਟਾਂ ਪਾ ਕੇ ਤੁਹਾਨੂੰ ਸੁਪਰ ਸੀਐਮ ਹੀ ਆਪਣਾ ਸੇਵਾਦਾਰ ਚਾਹੀਦਾ। ਹੱਥ ਖੜੇ ਕਰਕੇ ਜਿਹੜੀ ਮੇਰੀ ਗੱਲ ਨਹੀਂ ਮੰਨ ਰਹੇ ਹੋ ਤੁਸੀਂ ਸਾਰਿਆਂ ਨੇ ਬਣਾਉਣਾ ਤਾਂ ਮੈਂ ਤੁਹਾਡੇ ਕੋਲ ਲੈ ਕੇ ਆਈ ਹਾਂ। ਸਾਨੂੰ ਬਾਦਲ ਸਾਹਿਬ ਚਾਹੀਦੇ ਨੇ ਜਿਨ੍ਹਾਂ ਦੀ ਸੇਵਾ ਤੁਸੀਂ ਦੇਖੀ ਹੈ ਤੇ ਜਿਨ੍ਹਾਂ ਨੇ ਹਰ ਵਰਗ ਦੀ ਤਕਲੀਫ ਨੂੰ ਦੂਰ ਕਰਨ ਵਾਸਤੇ ਜਿਹੜਾ ਕੰਮ ਕੀਤਾ ਤੁਹਾਡੇ ਸਾਰਿਆਂ ਦੇ ਸਾਹਮਣੇ। ਪਿਛਲੀ ਚੋਣਾਂ 'ਚ ਆਪਾਂ ਦੇਖ ਲਿਆ ਰਾਜੇ ਨੇ ਆ ਕੇ ਲੜ ਲਿਆ ਬਾਦਲ ਸਾਹਿਬ ਖਿਲਾਫ। ਉਹ ਦਿੱਲੀੋਂ ਹੁਣੇ 2 ਦਿਨ ਪਹਿਲੇ ਕੇਜਰੀਵਾਲ ਆਇਆ ਸੀ, ਜਿਹੜੇ ਬੰਦੇ ਨੂੰ ਭੇਜਿਆ ਸਾਰੇ ਲੜ ਕੇ ਮੁੜ ਕੇ ਕੋਈ ਮਗਰੋਂ ਨਹੀਂ ਆਇਆ। ਰਾਜਾ ਮੁੱਖ ਮੰਤਰੀ ਬਣ ਗਿਆ ਲੇਕਿਨ ਲੰਬੀ ਹਲਕੇ 'ਚ ਸ਼ਕਲ ਤਾਂ ਕੀ ਦਿਖਾਣੀ ਸੀ, ਲੰਬੀ ਹਲਕੇ ਵਾਸਤੇ ਕੁਝ 2-4 ਚੀਜ਼ਾਂ ਭੇਜ ਦਿੰਦਾ ਲੋਕਾਂ ਦੀ ਤਕਲੀਫਾਂ ਘਟਾਉਣ ਵਾਸਤੇ, ਲੇਕਿਨ ਮੁੜ ਕੇ ਕੋਈ ਨਹੀਂ ਆਇਆ। ਤੁਸੀਂ ਸੇਵਾ ਦੇਖੀਏ ਤੇ ਆਪਣੇ ਬਾਪੂ ਜੀ ਦੀ ਦੇਖੀਏ ਜਿਹੜੇ ਤੁਹਾਡੇ ਵਿੱਚ ਰਹਿ ਕੇ ਹਰ ਪੱਖੋਂ ਉਹਨਾਂ ਨੇ ਇਸ ਇਲਾਕੇ ਨੂੰ ਆਪਣਾ ਘਰ ਸਮਝ ਕੇ ਸਵਾਰਿਆ ਹੈ। ਤੇ ਅੱਜ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਮੇਰੀ ਮਦਦ ਕਰੋ ਕਿ ਆਪਾਂ ਬਾਪੂ ਜੀ ਨੂੰ ਸਮਝਾਣਾ ਹੈ ਕਿ ਅਗਲੀ ਇਲੈਕਸ਼ਨ ਵੀ ਇਹਨਾਂ ਨੇ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾ ਕੇ ਫਿਰ ਭਾਵੇਂ ਮੁੱਖ ਮੰਤਰੀ ਸੁਖਬੀਰ ਜੀ ਹੋਣ, ਸੁਪਰ ਮੁੱਖ ਮੰਤਰੀ ਤਾਂ ਬਾਦਲ ਸਾਹਿਬ ਨੇ ਹੋਣਾ। ਹੁਕੂਮਤ ਇਹਨਾਂ ਦੀ ਚੱਲਦੀ ਹੋਰ ਕਿਸੇ ਦੇ ਨਹੀਂ। ਸੁਖਬੀਰ ਜੀ ਤਾਂ ਮੇਰੇ ਵਰਗਿਆਂ ਨੇ ਤੁਹਾਡੀ ਸੇਵਾ 'ਚ ਹੀ ਲੱਗੇ ਰਹਿਣਾ, ਭਾਵੇਂ ਜੋ ਮਰਜ਼ੀ ਅਹੁਦਾ ਦਿਓ ਨਾ ਦਿਓ, ਅਸੀਂ ਹਮੇਸ਼ਾ ਤੁਹਾਡੇ ਰਿਣੀ ਰਵਾਂਗੇ ਤੇ ਪਹਿਲ ਦੀ ਤੌਰ 'ਚ ਲੰਬੀ ਦੇ ਕੰਮਕਾਜ ਹੋਣਗੇ। ਲੇਕਿਨ ਅੱਜ ਤੁਸੀਂ ਬਾਦਲ ਸਾਹਿਬ ਨੂੰ ਮਨਾਣਾ ਹੈ ਕਿ ਬਾਦਲ ਸਾਹਿਬ ਤੁਸੀਂ ਘਰੇ ਬੈਠੋ, ਕਿਤੇ ਵੋਟ ਮੰਗਣ ਦੀ ਲੋੜ ਨਹੀਂ, ਬੀਬਾ ਆਪ ਜਾਊਗੀ। ਮੈਂ ਬੇਨਤੀਆਂ ਕਰਾਂਗੀ ਤੁਹਾਡੇ ਚਰਨਾਂ 'ਚ ਤੇ ਮੈਂ ਤੁਹਾਡੇ ਕੰਮ ਵੀ ਮੈਂ ਕਰਾਂਗੀ। ਤੁਸੀਂ ਬਸ ਘਰੇ ਬੈਠੇ ਆਪਣਾ ਆਸ਼ੀਰਵਾਦ ਦਿਓ ਕਿਉਂਕਿ ਸਾਨੂੰ ਤੁਹਾਡੇ ਤਜਰਬੇ ਦੀ, ਤੁਹਾਡੀ ਸੋਚ ਦੀ, ਤੁਹਾਡੇ ਕੰਮਾਂ ਦੀ ਬਹੁਤ ਲੋੜ ਹੈਗੀ। ਸੋ ਅੱਜ ਮੈਂ ਆਹੀ ਤੁਹਾਨੂੰ ਸਾਰਿਆਂ ਨੂੰ ਆਈ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਤਕੜੇ ਹੋ ਕੇ ਬਾਦਲ ਸਾਹਿਬ ਨੂੰ ਬੇਨਤੀ ਕਰਨੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ, ਬੀਬਾ ਹਰਸਿਮਰਤ ਕੌਰ ਬਾਦਲ ਜਿੰਦਾਬਾਦ, ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ। ਨਾ ਡੈਡੀ ਤੁਸੀਂ ਕਹਿੰਦੇ ਹੋ ਜਨਤਾ ਰੱਬ ਦਾ ਰੂਪ ਹੁੰਦੀ ਹੈ, ਫਿਰ ਜਨਤਾ ਦੇ ਸਾਹਮਣੇ ਸਾਰੀ ਗੱਲਾਂ ਮੰਗੀਆਂ ਹੁੰਦੀਆਂ, ਮੇਰੀ ਤਾਂ ਨਿਕਾਲ ਦਿੰਦੇ ਹੋ ਤੁਸੀਂ। ਮੈਂ ਕਹਿੰਦਾ ਬੀਬਾ ਤੈਨੂੰ ਕੀ ਪਤਾ, ਸਾਡਾ ਇੱਕੋ ਹੀ ਹਾਲ ਹੈ, ਭੈਣਾਂ ਨੂੰ ਪਤਾ ਹੈ ਕਿ ਮੇਰੀ ਕਿਵੇਂ ਹੁੰਦਾ ਹੈ, ਸਾਹਿਬ ਨੂੰ ਤੁਸੀਂ ਮਨਾਉਣਾ ਹੈ। ਮੇਰਾ ਕਹਿਣ ਦਾ ਭਾਵ ਕਿ ਅਸੀਂ ਹੁਣ ਤੁਸੀਂ ਦੇਖ ਲਿਆ ਕਿ ਪਿਛਲੇ 5 ਸਾਲਾਂ 'ਚ ਕਾਂਗਰਸ ਨੂੰ ਵਰਤ ਕੇ ਦੇਖ ਲਿਆ ਕੀ ਲਾਰੇ ਲਾਏ ਸੀ, ਕੀ ਵਾਅਦੇ ਕੀਤੇ ਸੀ। ਗੁਟਕਾ ਸਾਹਿਬ ਨੂੰ ਵੀ ਬਖਸ਼ਿਆ, ਝੂਠੀ ਸਹੁੰ ਵੀ ਖਾ ਲੇ। ਪਹਿਲੇ ਤਾਂ ਮੈਂ ਇਸ ਪਿੰਡ ਨੂੰ ਵਧਾਈ ਦਿੰਦੀ ਹਾਂ, ਜਿਵੇਂ ਦੱਸਿਆ ਕਿ ਇੱਕ ਗੁਰਦੁਆਰਾ, ਇੱਕ ਸ਼ਮਸ਼ਾਨ ਘਾਟ। ਮੈਂ ਕਹਿੰਦੀ ਅਸਲੀ ਗੁਰੂ ਦੇ ਰਾਹ 'ਚ ਇਹ ਪਿੰਡ ਵਾਸੀ ਚੱਲ ਰਹੇ ਨੇ। ਸਾਡੇ ਤੋਂ ਵੀ ਵੱਧ ਸ਼ਾਇਦ ਬਾਦਲ ਪਿੰਡ 'ਚ ਵੀ ਆ ਗਏ ਜਿਹੜਾ ਤੁਹਾਡੇ 'ਚ। ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਤੇ ਰੱਬ ਦੀ ਬੜੀ ਕਿਰਪਾ ਇਹਦੇ ਤੋਂ ਹੀ ਨਜ਼ਰ ਆਉਂਦਾ ਕਿ ਕਿਸੇ ਮਹਾਂਪੁਰਖ ਦੀ ਬਹੁਤ ਵੱਡੀ ਰਹਿਮਤ ਹੋਊਗੀ ਇਸ ਪਿੰਡ ਦੇ ਉੱਤੇ। ਸੋ ਮੈਂ ਆਹੀ ਕਹਿ ਸਕਦੀ ਹਾਂ ਕਿ ਜਿਹੜੀ ਝੂਠੀ ਸਹੁੰ ਤੁਹਾਡੇ ਅੱਖਾਂ ਦੇ ਸਾਹਮਣੇ ਕਾਂਗਰਸੀਆਂ ਨੇ ਖਾਈ ਤੇ ਇਹ ਨਹੀਂ ਹੋ ਸਕਦਾ ਕਿ ਇਹ ਰਾਜੇ ਨੇ ਖਾਈ ਸੀ। ਇਹਨਾਂ ਨੇ ਸਾਰਿਆਂ ਨੇ ਉਹ ਝੂਠੀ ਸਹੁੰ ਦਾ ਸਹਾਰਾ ਲੈ ਕੇ ਸਾਰੇ ਜਿੱਤੇ ਸੀਗੇ ਤੇ ਹੁਣ ਝੂਠੀ ਸਹੁੰ ਖਾਣ ਵਾਲਾ ਤਾਂ ਪਾਪੀ ਸੀਗਾ, ਲੇਕਿਨ ਉਸ ਪਾਪ ਨੂੰ ਦੇਖ ਕੇ ਜਿਹੜੇ ਉਹਦੇ ਬਾਅਦ ਵੀ ਉਸ ਪਾਰਟੀ ਦਾ ਸਾਥ ਦੇਣਾ, ਮੈਂ ਸਮਝਦੀ ਰੱਬ ਦੇ ਘਰੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਜਵਾਬ ਦੇਣਾ ਪਊਗਾ। ਇਹ ਵੀ ਦੂਜਿਆਂ ਨੂੰ ਆਪਾਂ ਸਮਝਾਈਏ।
ਕੀ ਕੁਛ ਨਹੀਂ ਕਿ ਤੁਹਾਨੂੰ ਆ ਵੀ ਦਵਾਂਗਾ 51,000 ਸ਼ਗਨ ਵੀ ਦਵਾਂਗਾ, ਕਰਜ਼ਾ ਵੀ ਮਾਫ ਕਰਾਂਗਾ, ਘਰ ਘਰ ਜਵਾਕਾਂ ਨੂੰ ਨੌਕਰੀ, ਹਰ ਚੀਜ਼ ਤੁਹਾਨੂੰ ਕਹਿਤੀ। ਲੇਕਿਨ ਅੱਜ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਦੇਣਾ ਤਾਂ ਕੀ ਸੀ, ਜਿਹੜਾ ਬਾਦਲ ਸਾਹਿਬ ਦੇ ਕੇ ਗਏ ਸੀ ਸ਼ਾਇਦ ਉਹ ਵੀ ਤੁਹਾਡੇ ਤੋਂ ਖੋਹ ਲਿਆ। ਲੇਕਿਨ ਹੁਣ ਤੁਹਾਡੀ ਆਪਣੀ ਪਾਰਟੀ ਨੇ ਇੱਕ ਵਾਰ ਫੇਰ ਤੁਹਾਡੇ ਨਾਲ ਵਾਅਦਾ ਕੀਤਾ ਹੈ। ਸੁਖਬੀਰ ਜੀ ਨੂੰ ਜੇ ਤੁਸੀਂ ਮੁੱਖ ਮੰਤਰੀ ਬਣਾਉਣ ਦਾ ਮਾਣ ਬਖਸ਼ਿਆ ਸਾਨੂੰ ਪਾਰਟੀ ਨੂੰ ਕਾਮਯਾਬ ਕਰਕੇ, ਤੇ ਫਿਰ ਬਾਦਲ ਸਾਹਿਬ ਨੇ ਹੁਣ ਫੈਸਲਾ ਕੀਤਾ ਹੈ ਤੇ ਸੁਖਬੀਰ ਜੀ ਨੂੰ ਕਿਹਾ ਕਿ ਜਿੱਥੇ ਆਪਾਂ ਕੱਟੇ ਹੋਏ ਜਿਹੜੇ ਭਾਵੇਂ ਨੀਲੇ ਕਾਰਡ ਹੋਣ, ਭਾਵੇਂ ਬੰਦ ਕੀਤੀ ਹੋਏ ਸ਼ਗਨ ਹੋਏ, ਭਾਵੇਂ ਪੈਨਸ਼ਨ ਹੋ, ਤਾਂ ਸਾਰੀ ਬਰਕਰਾਰ ਕਰਨੀ ਹੈ। ਲੇਕਿਨ ਇਸ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਕਰਨਾ ਹੈ। ਤੇ ਤੁਸੀਂ ਸਾਰੇ ਜਾਣਦੇ ਹੋ ਕਿ ਝੂਠੇ ਲਾਰੇ ਕਦੇ ਨਹੀਂ ਲਾਏ। ਬਾਦਲ ਸਾਹਿਬ ਨੇ ਕਦੇ ਜ਼ਿੰਦਗੀ 'ਚ ਝੂਠ ਨਹੀਂ ਬੋਲਿਆ। ਸੁਖਬੀਰ ਜੀ ਨੂੰ ਆਹੀ ਸਿਖਾਇਆ ਕਿ ਕਾਕਾ ਓਨਾ ਹੀ ਬੋਲ ਜਿੰਨਾ ਕਰ ਸਕਦਾ ਹੈ। ਪਹਿਲੇ ਵੀ ਜਦ ਸਾਨੂੰ ਕਹਿੰਦੇ ਸੀ ਪਿਛਲੀ ਚੋਣਾਂ 'ਚ ਸਾਰੇ ਕਹਿੰਦੇ ਕਰਜ਼ਾ ਮਾਫ, ਬਾਦਲ ਸਾਹਿਬ ਤੁਸੀਂ ਵੀ ਕਹਿ ਦਿਓ, ਲੋਕੀ ਆਪਣੇ ਟੁੱਟੀ ਜਾਂਦੇ। ਬਾਦਲ ਸਾਹਿਬ ਕਹਿੰਦੇ ਨਾ, ਇਹਨਾਂ ਦਾ ਤਾਂ ਕੀ, ਇਹਨਾਂ ਨੇ ਤੇ ਕਿਸੇ ਹੋਰ ਸੂਬੇ 'ਚ ਜਾ ਕੇ ਚੋਣ ਲੜ ਲੈਣੀ ਹੈ, ਅਸੀਂ ਤਾਂ ਇੱਥੇ ਹੀ ਰਹਿਣਾ, ਜ਼ਬਾਨ ਤੇ ਪੱਕੇ ਰਹਿਣਾ, ਭਾਵੇਂ ਹਾਰੇ ਭਾਵੇਂ ਜਿੱਤੇ, ਝੂਠ ਨਹੀਂ ਮਾਰਦਾ ਲੋਕਾਂ ਨੂੰ। तो सुखबीर जी ने जिवें ऐलान किया है, जे तुसी अपनी सरकार बनाई, आज साडियां भैणां जेड़े दिन रात मेहनत करदियां ने, इन्हां बेचारियां नूं भावें कोई कवे भावें ना कवे, भावें सेहत ठीक होए ना होए, निष्काम सेवा सारी उम्र करदियां ने। इन्हां दा सम्मान करन वास्ते जेड़ी घर दी मुखी माता होगी ਉਹਦੇ ਨਾਂ 'ਚ हर महीने सरकार वालों 2000 रुपए ਉਹਦੇ ਖਾਤੇ ਵਿੱਚ ਪਾਏ ਜਾਣਗੇ। ਸਾਲ ਦੇ 24000 रुपए ਸਾਡੇ ਅੱਜ ਸਾਨੂੰ ਪਤਾ ਹੈ ਕਿ ਮਹਿੰਗਾਈ ਦੀ ਮਾਰ ਦੇ ਨਾਲ ਕਿਵੇਂ ਤੁਹਾਡੀ ਲੱਕ ਟੁੱਟੀ ਹੋਈ ਹੈਗੀ। ਅੱਜ ਭਾਵੇਂ ਗੈਸ ਸਿਲੰਡਰ ਦੀ ਕੀਮਤਾਂ ਦੇਖ ਲਓ, ਤੇਲਾਂ ਦੀ ਕੀਮਤਾਂ, ਸਬਜ਼ੀਆਂ ਦੀ, ਦਾਲਾਂ ਦੀ, ਮਹਿੰਗਾਈ ਕਿੱਥੇ ਤਾਈਂ ਚੜੀ ਹੋਈ ਹੈ ਤੇ ਤੁਸੀਂ ਕਿਵੇਂ ਆਪ ਦਾ ਕੰਮ ਪੂਰਾ ਕਰਦੇ ਹੋ, ਮੇਰੇ ਤੋਂ ਬਿਹਤਰ ਤੁਸੀਂ ਆਪ ਸਮਝਦੇ ਹੋ। ਜਿਹਦੇ ਕਰਕੇ ਜੇ ਤੁਹਾਡੇ 2000 रुपए हर महीने ਤੁਹਾਡੇ ਆਪਣੇ ਹੋਣਗੇ, ਆਪਣਾ ਖਰਚਾ ਪਾਣੀ ਪਰਿਵਾਰ ਦਾ ਤੁਸੀਂ ਵੀ ਚੰਗੀ ਤਰ੍ਹਾਂ ਕਰ ਸਕੋਗੇ। ਇਸ ਤੋਂ ਇਲਾਵਾ ਇਹ ਵੀ ਫੈਸਲਾ ਸੁਖਬੀਰ ਜੀ ਨੇ ਕੀਤਾ ਕਿ ਹਰ ਪਰਿਵਾਰ ਦਾ 10 ਲੱਖ ਤਾਈਂ ਤੁਹਾਡਾ ਸਿਹਤ ਦਾ ਬੀਮਾ ਕਰਾਇਆ ਜਾਊਗਾ। ਹਰ ਪੱਖੋਂ ਤੁਹਾਡਾ ਬੋਝ ਘਟਾਇਆ ਜਾਊਗਾ। 10 ਲੱਖ ਤਾਈਂ ਤੁਸੀਂ ਖਰਚਾ ਕਰੋ, ਭਾਵੇਂ ਪ੍ਰਾਈਵੇਟ 'ਚ ਕਰੋ, ਭਾਵੇਂ ਸਰਕਾਰੀ 'ਚ ਕਰੋ, ਆਪਰੇਸ਼ਨ ਕਰਾਓ, ਦਵਾ ਕਰਾਓ, ਜੋ ਵੀ ਤੁਸੀਂ ਕਰਾਓ, 10 ਲੱਖ ਦੇ ਤੁਹਾਡੇ ਬੀਮੇ ਵਿੱਚ ਤੁਸੀਂ ਖਰਚਾ ਕਰਕੇ ਆਪਣੇ ਪਰਿਵਾਰ ਦੀ ਸਿਹਤ ਨੂੰ ਤੰਦਰੁਸਤ ਰੱਖੋ। ਸਰਕਾਰ ਵੱਲੋਂ ਸਾਰਾ ਖਰਚਾ ਕੀਤਾ ਜਾਊਗਾ, ਬੀਮਾ ਕੰਪਨੀ ਵੱਲੋਂ ਸਾਰਾ ਕੀਤਾ ਜਾਊਗਾ। ਤੀਜੀ ਗੱਲ, ਬੱਚਿਆਂ ਨੂੰ ਪੜ੍ਹਾਉਣ ਲਿਖਾਉਣ ਵਾਸਤੇ ਹਰ ਵਿਦਿਆਰਥੀ ਦਾ 10 ਲੱਖ ਤਾਈਂ ਉਹਦਾ ਸਟੂਡੈਂਟ ਦਾ ਕਾਰਡ ਬਣਾਇਆ ਜਾਊਗਾ ਤਾਂ ਕਿ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ। ਜਿਹਦੇ ਕਰਕੇ ਭਾਵੇਂ ਉਹਦੀ ਟਿਊਸ਼ਨ ਹੋਏ, ਭਾਵੇਂ ਪ੍ਰਾਈਵੇਟ ਹੋਏ, ਸਰਕਾਰੀ ਹੋਏ, ਸੂਬੇ ਵਿੱਚ ਹੋਏ, ਵਿਦੇਸ਼ਾਂ 'ਚ ਹੋਏ, ਜਿੱਥੇ ਮਰਜ਼ੀ ਤਾਈਂ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੈ, ਹਰ ਵਿਦਿਆਰਥੀ ਕਾਰਡ ਦੇ ਨਾਲ 10 ਲੱਖ ਤਾਈਂ ਉਹਨੂੰ ਸਟੂਡੈਂਟ ਲੋਨ ਲਊਗਾ ਬਿਨਾਂ ਵਿਆਜ ਦਾ। ਉਹ ਆਪਣਾ ਪੜ੍ਹ ਲਿਖ ਜਾਏ ਤੇ ਹੌਲੀ ਹੌਲੀ ਜਦ ਨੌਕਰੀ ਲੱਗ ਜੂਗੀ 10 ਸਾਲਾਂ 'ਚ ਪੈਸੇ ਸਾਰੇ ਮੋੜ ਦੇ। ਹਰ ਪਰਿਵਾਰ ਦਾ 400 यूनिट बिजली मुफ्त की जाऊगी हर महीने वास्ते। हर परिवार की कोई जात पात नहीं, कोई गरीब अमीर नहीं, हर परिवार की 400 यूनिट बिजली जब मुफ्त होगी ਤੁਹਾਡੇ बिजली के बिल भी घटणगे। इस तो इलावा जिथे 1 ਲੱਖ सरकारी नौकरियां दित्तियां जाणगियां, जिहदे विचों 50% औरतां वास्ते भर्ती की जाऊगी। 10 ਲੱਖ गैर सरकारी नौकरियां का भी इंतजाम किया जाऊगा। वो किवें किया जाऊगा? पहला कानून जिहड़ा पास किया जाऊगा जब साडी सरकार बनूगी कि पंजाब 'च जिन्ने भी उद्योग हैगे, कारखाने हैगे, सरकारी हैगे, प्राइवेट हैगे, सारियां दे विच लाजमी 75% नौकरियां पंजाब दे बच्चियां नूं देनी पैणगियां। वे तुहाडे बच्चियां नूं नौकरियां किवें नहीं मिलणगियां? सो हर पक्षों कोशिश करांगे कि बच्चे पढ़ लिख जान, नौकरियां लग जान। जिन्हां दी नहीं लगदी है उन्होंने अपने पैरों 'च खड़ा करन वास्ते सरकार वालों बिना ब्याज 5 ਲੱਖ ਦਾ लोन दिता जाऊगा। कोई साडी धी जे अपना बुटीक चलाना चाहती है, ब्यूटी पार्लर चलाना चाहती है, साडा कोई बच्चा कोई छोटी मोटी दुकान लगाना चाहता है, उन्होंने 5 ਲੱਖ ताईं सरकार वालों बिना ब्याज लोन दिता जाऊगा ताकि तुहाडे बच्चे भी पैरों ते खड़ जान। दूजी चंगी गल, जिन्ने पंजाब दे कॉलेज हैगे, यूनिवर्सिटी हैगे, हर जिले में एक मेडिकल कॉलेज भी बनाया जाऊगा। इन्हां सारियां दे विच 33% सीटां सरकारी स्कूल 'च पढ़न वाले बच्चों वास्ते होंगी ताकि गरीब दा बच्चा भी बड़ा डॉक्टर ते इंजीनियर बन सके। असीं नहीं चाहते साडे बच्चे मापियां दी ज़मीनां बेच के विदेशां भजी जान। असीं चाहते साडे बच्चे इत्थे पंजाब विच रह के बड़े डॉक्टर इंजीनियर बन के अपने पंजाब नूं अगे लैके जान। 5 ਲੱਖ गरीबां दे मकान बनाए जाणगे। सो मैं आही पुछना चाहती कि तुसीं चाहते हो कि तुहाडे खाते विच 2-2 हज़ार रुपए चाहते हो तो हाथ खड़े करो।
ਚਾਹੁੰਦੇ ਹੋ, ਸਾਰੇ ਚਾਹੁੰਦੇ ਹੋ, ਸ਼ਾਬਾਸ਼ ਹੈ। ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ 400 ਯੂਨਿਟ ਬਿਜਲੀ ਦੇ ਬਿੱਲਾਂ 'ਚ ਸਾਰਿਆਂ ਨੂੰ ਮੁਫਤ ਬਿਜਲੀ ਮਿਲੇ? 400 ਯੂਨਿਟ ਸਾਰੇ ਜਣੇ ਚਾਹੁੰਦੇ ਹੋ? ਅੱਛਾ, ਕਿਸਾਨਾਂ ਦੀ ਤਾਂ ਮੈਂ ਭੁੱਲ ਹੀ ਗਈ ਦੱਸਣਾ। ਕਿਸਾਨਾਂ ਵਾਸਤੇ ਜਿੱਥੇ ਸੁਖਬੀਰ ਜੀ ਨੇ ਕਿਹਾ ਕਿ ਤੁਹਾਡਾ 10 ਰੁਪਏ ਲੀਟਰ ਤੁਹਾਡਾ ਡੀਜ਼ਲ ਖੇਤੀ ਵਾਸਤੇ ਘਟਾਇਆ ਜਾਊਗਾ, ਉੱਥੇ ਆ ਵੀ ਫੈਸਲਾ ਕੀਤਾ ਹੈ ਕਿ ਹਰ ਕਿਸਾਨ ਦੇ ਖੇਤ ਦਾ ਬੀਮਾ ਕਰਾਇਆ ਜਾਊਗਾ। 50,000 रुपए प्रति एकड़ फसल का बीमा कराया जाएगा। 50,000 रुपए प्रति एकड़। बाकी कोई नुकसान हो गया, कोई आपदा आ गई, ये नहीं तुसी सरकार दे मगर फिरते रहो कि सानू कुछ दे दो मुआवजा। बीमा कंपनी दे राही सीधे 50,000 रुपए एकड़ थोड़ी फसल का बीमा कराया जाऊगा। सो मेरा कहन दा पा कि आ झूठी सरकारां नू तुसी देख लिया। चन्नी आया कहना मैं तो गरीब परिवार तो आया, मैं गरीबी जानता है। हेलीकॉप्टर तो थल्ले उतर के किसी गरीब दे कोल तो जाता नहीं है। इन्ने वड्डे वड्डे गरीबां दे पैसिਆਂ ਨਾਲ बोर्ड लाए हुए ने। कदे कहंदा कि मैं 5-5 मरले प्लॉट देते गरीबां ਨੂੰ, ਹੁਣ ਇੱਥੇ ਬੈਠੀਆਂ ਨੇ ਗਰੀਬ ਭੈਣਾਂ। ਮੈਨੂੰ ਦੱਸੋ ਤੁਹਾਨੂੰ ਕਿਸੇ ਨੂੰ 5 ਮਰਲੇ ਦਾ ਪਲਾਟ ਦਿੱਤਾ ਹੈ ਚੰਨੀ ਨੇ? ਵੇ ਤੁਹਾਨੂੰ ਤਾਂ ਕੱਖ ਨਹੀਂ ਦਿੱਤਾ ਤੇ ਤੁਹਾਡੇ ਪੈਸੇ ਨਾਲ ਇੰਨਾ ਵੱਡਾ ਬੋਰਡ ਕਿਉਂ ਲਾਈ ਬੈਠਾ ਹੈ? ਫਿਰ ਦੂਜਾ ਬੋਰਡ 'ਚ ਲਿਖਿਆ ਹੋਇਆ ਹੈ 36,000 ਕੱਚੇ ਮੁਲਾਜ਼ਮ ਪੱਕੇ ਕੀਤੇ। ਤੁਹਾਡੇ ਪਿੰਡ 'ਚ ਵੀ ਮੁਲਾਜ਼ਮ ਹੋਣਗੇ, ਕੋਈ ਪੱਕਾ ਹੋਇਆ ਹੈਗਾ? ਨਹੀਂ ਹੋਇਆ ਜੀ, ਕੋਈ ਨਹੀਂ ਹੋਇਆ ਜੀ। ਇਹ ਜੇ ਕੋਈ ਮੁਲਾਜ਼ਮ ਤੁਹਾਡਾ ਪੱਕਾ। ਫਿਰ ਕਹਿੰਦਾ ਨਰਮੇ ਵਾਸਤੇ ਮੈਂ ਕਿਸਾਨਾਂ ਨੂੰ ਬਹੁਤ ਵਧੀਆ ਮੈਂ ਮੁਆਵਜ਼ਾ ਦੇਤਾ। ਕਿਸੇ ਨੂੰ ਮਿਲੀ ਦਵਾਨੀ ਤੇ ਜੇ ਕਿਸੇ ਨੂੰ ਕੁਝ ਦਿੱਤਾ ਨਹੀਂ ਫਿਰ ਭਾਵੇਂ ਰਾਜਾ ਹੋਏ ਭਾਵੇਂ ਗਰੀਬ ਮੁਖ ਹੋਵੇ, ਤੁਹਾਨੂੰ ਕੁਝ ਨਹੀਂ ਮਿਲਿਆ। ਫਿਰ ਇਹੋ ਜਿਹੇ ਲੋਕਾਂ ਦਾ ਆਪਾਂ ਪਾਰਟੀਆਂ ਦਾ ਆਪਾਂ ਕਰਨਾ ਕੀ ਹੈ? ਮਜ਼ਦੂਰਾਂ ਦੇ ਖਾਤੇ 'ਚ ਉਹ ਬਾਦਲ ਸਾਹਿਬ ਥੋੜੀ ਨਾ ਹੈਗੇ ਜਿਹੜਾ ਮਜ਼ਦੂਰਾਂ ਨੂੰ ਵੀ ਦੇ ਗਏ ਤੇ ਕਿਸਾਨਾਂ ਨੂੰ ਵੀ ਮੁਆਵਜ਼ਾ ਦੇ ਗਏ ਜੇ ਚਿੱਟੀ ਮੱਖੀ ਦਾ ਹੋਇਆ ਸੀਗਾ। ਤੇ ਦੂਜਾ ਇਹ ਕੇਜਰੀਵਾਲ, ਇਹ ਜਿੰਨਾ ਝੂਠਾ ਬੰਦਾ ਬੋਲਦਾ ਇਸ ਤੋਂ ਤਾਂ ਸੁਚੇਤ ਰਹਿਣ ਦੀ ਲੋੜ ਹੈ। ਹੁਣ ਦਿੱਲੀ ਦਾ 10 ਸਾਲ ਮੁੱਖ ਮੰਤਰੀ ਹੈ, ਪੰਜਾਬ 'ਚ ਆ ਕੇ ਕਹਿੰਦਾ ਵੀ ਮੈਂ ਬੀਬੀਆਂ ਦੇ ਖਾਤੇ 'ਚ ਪੈਸੇ ਪਾ ਦਾਂਗਾ। ਕਿ ਦਿੱਲੀ 'ਚ ਬੀਬੀਆਂ ਨਹੀਂ ਹੈਗੀਆਂ? ਉਹਨਾਂ ਦੇ ਖਾਤੇ 'ਚ ਅੱਜ ਤੱਕ ਦਵਾਈ ਨਹੀਂ ਪਾਈ ਹੈਗੀ। ਫਿਰ ਕਹਿੰਦਾ ਕਿ ਮੈਂ ਇੱਥੇ ਆ ਕੇ ਜੀ ਇੱਥੇ ਬਿਜਲੀ ਦੇ ਇੰਨੇ ਮਾਫ ਕਰ ਦਾਂਗਾ। ਵੀ ਦਿੱਲੀ ਦਾ ਤੂੰ ਕੀਤਾ ਨਹੀਂ ਹੈ। ਜਿਹੜੇ ਬੰਦੇ ਨੂੰ ਪੰਜਾਬ ਦੀ ਭਾਸ਼ਾ ਨਹੀਂ ਪਤਾ, ਬੋਲੀ ਨਹੀਂ ਪਤਾ, ਇਹਨੂੰ ਸਾਡੇ ਦਰਿਆਵਾਂ ਦਾ ਨਾਂ ਨਹੀਂ ਪਤਾ, ਸਾਡੇ ਗੁਰੂਆਂ ਦਾ ਨਾਂ ਨਹੀਂ ਪਤਾ, ਉਹਨੂੰ ਲੰਬੀ ਪੁੱਛੋ ਤਾਂ ਬੋਲੂਗਾ ਵੀ ਇਹ ਕਿਹੜੀ ਚੀਜ਼ ਹੈਗੀ। ਉਹ ਪਤਾ ਹੀ ਨਹੀਂ ਹੈ ਬੰਦੇ ਦਾ ਕੀ ਭਰੋਸਾ ਕਰਨਾ ਹੈ। ਜਾ ਕੇ ਅਦਾਲਤ 'ਚ ਤਾਂ ਹਲਫਨਾਮਾ ਦਿੰਦਾ ਹੈ ਕਿ ਜੀ ਪੰਜਾਬ ਦਾ ਪਾਣੀ ਦਿੱਲੀ ਨੂੰ ਚਾਹੀਦਾ ਹੈਗਾ, ਤੇ ਫਿਰ ਇੱਥੇ ਆ ਕੇ ਕਹਿੰਦਾ ਪੰਜਾਬ 'ਚ ਵੀ ਪਹਿਲੇ ਹਲਫਨਾਮਾ ਤਾਂ ਤੂੰ ਵਾਪਸ ਕਰ ਦੇ, ਅਸੀਂ ਪਾਗਲ ਹੈ ਤੇਰੀ ਸਰਕਾਰ ਬਣਾ ਕੇ ਆਪਣਾ ਪਾਣੀ ਤੈਨੂੰ ਦੇਵਾਂਗੇ। ਫਿਰ ਕਹਿੰਦਾ ਦਿੱਲੀ ਦੀ ਹਵਾ ਇਹ ਪੰਜਾਬ ਦੇ ਲੋਕੀ ਖਰਾਬ ਕਰਦੇ ਨੇ, ਇਹਨਾਂ ਦੇ ਥਰਮਲ ਬੰਦ ਕਰ ਦੋ। ਜਿਹੜਾ 10 ਸਾਲ ਆਪਦੀ ਹਵਾ ਹੀ ਨਹੀਂ ਠੀਕ ਕਰ ਪਾਇਆ, ਆਪਣੀ ਖੰਘ ਦਾ ਇਲਾਜ ਕਰਾਉਣ ਵਾਸਤੇ ਤਾਂ ਬੰਗਲੌਰ ਭੱਜਦਾ ਹੈ ਤੇ ਆਪਣੇ ਮੁਹੱਲਾ ਕਲੀਨਿਕ ਦੀ ਮਾਡਲ ਦੀ ਗੱਲ ਇੱਥੇ ਆ ਕੇ ਕਰਦਾ ਹੈਗਾ। ਸੋ ਇਹੋ ਦੇ ਬੰਦਿਆਂ ਤੋਂ ਆਪਾਂ ਸਚੇਤ ਰਹੀਏ। 12 ਝੂਠ ਮਾਰਦੇ ਨੇ। ਇਹ ਪਿਛਲੀ ਵਾਰੀ ਤੁਹਾਡੇ ਕੋਲ ਜਿਹੜਾ ਭੇਜਿਆ ਸੀ ਨਾ ਲੜਨ ਵਾਸਤੇ ਕੇਜਰੀਵਾਲ ਨੇ, ਉਹ ਜਰਨੈਲ ਸਿੰਘ, ਇਹ ਮੁਹੱਲਾ ਕਲੀਨਿਕ ਦੀ ਗੱਲ, ਉਹ ਵਿਚਾਰਾ ਕਰੋਨਾ ਦੇ ਸਮੇਂ ਮਿੰਤਾ ਕੱਢ ਕੇ ਕਿ ਮੈਨੂੰ ਇੱਕ ਬੈੱਡ ਦਿਲਵਾ ਦਿਓ, ਮੈਂ ਮਰਨ ਵਾਲਾ ਕਰੋਨਾ ਦੇ ਨਾਲ। ਉਹ ਵਿਚਾਰਾ ਮਰ ਗਿਆ। ਕੇਜਰੀਵਾਲ ਉਹਦਾ ਹੀ ਨਹੀਂ ਇਲਾਜ ਕਰਾ ਸਕਿਆ ਤਾਂ ਮੁਹੱਲਾ ਕਲੀਨਿਕ ਦੀ ਕੀ ਗੱਲ ਕਰਦਾ? ਇਹ ਤਾਂ ਉਹਦੀ ਹਕੀਕਤ ਹੈ। ਸੋ ਆਪਾਂ ਨੂੰ ਚਾਹੀਦੀ ਹੈ ਤੁਹਾਡੀ ਆਪਣੀ ਪਾਰਟੀ, ਤੁਹਾਨੂੰ ਆਪਣੇ ਬਾਦਲ ਸਾਹਿਬ, ਤੁਹਾਡੀ ਆਪਣੀ ਤਕੜੀ, ਜਿਨ੍ਹਾਂ ਨੇ ਇਸ ਤਕੜੀ ਨੂੰ ਸਾਡੇ ਵਾਸਤੇ ਬਾਬੇ ਨਾਨਕ ਦੀ ਤਕੜੀ ਤੋਂ ਘੱਟ ਨਹੀਂ ਹੈਗੀ, ਕਿਉਂਕਿ ਇਹ ਤਕੜੀ ਹਮੇਸ਼ਾ ਸਾਡੀ ਪਾਰਟੀ ਨੂੰ ਯਾਦ ਦਿਲਾਉਂਦੀ ਹੈ ਕਿ ਲੋਕਾਂ ਨੇ ਇਸ ਤਕੜੀ ਤੇ ਵਿਸ਼ਵਾਸ ਕੀਤਾ ਤੇ ਇਸ ਵਿਸ਼ਵਾਸ ਤੇ ਆਪਾਂ ਪੂਰਾ ਉਤਰਨਾ ਹੈ। ਸੋ ਜਿਹੜੇ ਕੀਤੇ ਵਾਅਦੇ ਆਪਾਂ ਕੀਤੇ ਨੇ ਉਹਨਾਂ ਨੂੰ ਆਪਾਂ ਜ਼ਰੂਰ ਪੂਰਾ ਕਰਾਂਗੇ ਤੇ ਉਮੀਦ ਤੇ ਆਸ ਰੱਖਦੀ ਆ ਕਿ ਭਾਵੇਂ ਹੁਣ ਬਥੇਰੇ ਉਹ ਆਣਗੇ ਫਸਲੀ ਬਟੇਰੇ ਜੇ ਤੁਹਾਡੇ ਕੋਲ, ਜਿਨ੍ਹਾਂ ਨੇ 5 ਸਾਲ ਤੁਹਾਨੂੰ ਸ਼ਕਲ ਨਹੀਂ ਦਿਖਾਈ, ਜਿਨ੍ਹਾਂ ਨੇ ਕੁਝ ਤੁਹਾਡੇ ਵਾਸਤੇ ਕੀਤਾ ਨਹੀਂ, ਲੇਕਿਨ ਵੋਟਾਂ ਦੇ ਵੇਲੇ ਕੱਲੇ ਇੱਕ ਨਿਸ਼ਾਨੇ ਦੇ ਨਾਲ ਦੇਖੋ ਆਪਾਂ 3 ਸਰਕਾਰਾਂ ਦੇ ਖਿਲਾਫ ਲੜ ਰਹੇ ਹਾਂ। ਇੱਕ ਦਿੱਲੀ ਸਰਕਾਰ ਝਾੜੂ ਵਾਲੀ, ਇੱਕ ਪੰਜਾਬ ਸਰਕਾਰ ਪੰਜੇ ਵਾਲੀ ਤੇ ਇੱਕ ਦਿੱਲੀ ਦੀ ਕੇਂਦਰ ਦੀ ਸਰਕਾਰ ਭਾਜਪਾ ਵਾਲੀ। ਕੰਪਿਊਟਰ ਨੂੰ ਤਾਂ ਵੇਖਣਾ ਨਹੀਂ ਚਾਹੁੰਦਾ, ਕੰਪਿਊਟਰ 2500 ਵਾਸਤੇ 1000 ਵੀ ਨਹੀਂ ਦਿੱਤਾ। ਦਾ ਮੁਕਾਬਲਾ ਕੱਲੇ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਕਰ ਰਹੀ ਹੈ, ਆਪਣੀ ਕਿਰਤ ਕਮਾਈ ਦੇ ਨਾਲ, ਲੋਕਾਂ ਦਾ ਲੁੱਟੇ ਹੋਏ ਪੈਸੇ ਨਾਲ ਵੱਡੇ ਇਸ਼ਤਿਹਾਰ ਦੇ ਕੇ ਨਹੀਂ ਕਰ ਰਹੀ। ਸੋ ਲੋਕਾਂ ਦੀ ਇਹ ਪਾਰਟੀ ਹੈ। ਤੁਸੀਂ ਆਪ ਇਸ ਪਾਰਟੀ ਦਾ ਮੈਂ ਉਮੀਦ ਕਰਦੀ ਹਾਂ ਵੱਧ ਚੜ ਕੇ ਹਮੇਸ਼ਾ ਇਸ ਪਿੰਡ ਨੇ ਕੋਈ ਵੀ ਚੋਣ, ਮੇਰੇ ਹਰੇਕ ਚੋਣ 'ਚ ਬਹੁਤ ਵੱਡੀ ਕਾਮਯਾਬੀ ਤੁਸੀਂ ਦਿੱਤੀ ਹੈ ਤੇ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਇੱਕ ਵਾਰ ਫੇਰ ਤੁਸੀਂ ਸੇਵਾ ਬਖਸ਼ੋ। ਬਾਦਲ ਸਾਹਿਬ ਦੇ ਨਾਲ ਵੀ ਆਵਾਂਗੀ, ਅੱਡ ਵੀ ਆਵਾਂਗੀ, ਤੁਹਾਡੇ ਵਿੱਚ ਬਹਿ ਕੇ ਤੁਹਾਡੀ ਸੇਵਾ ਕਰਾਂਗੀ, ਲੇਕਿਨ ਮੇਰੀ ਮਦਦ ਕਰੋ। ਤਾਂ ਬਾਦਲ ਸਾਹਿਬ ਨੂੰ ਮਨਾਉਣਾ ਹੈ ਕਿ ਇਸ ਵਾਰੀ ਉਹ ਜਿਹੜੇ ਝੂਠੇ ਬੋਲਦੇ ਨਾ, ਸਿੱਧੂ ਵਰਗਾ ਬਾਦਲ ਸਾਹਿਬ 9 ਪੈਨਸ਼ਨਾਂ ਲਈ ਜਾਂਦੇ ਨੇ। ਮੈਂ ਚਾਹੁੰਦੀ ਹਾਂ ਬੰਦੇ ਤੈਨੂੰ ਇੰਨਾ ਪੜਿਆ ਲਿਖਿਆ, ਤੂੰ ਕਹਿੰਦਾ ਪਤਾ ਨਹੀਂ ਕਿਤੇ ਵਕੀਲ ਦਾ ਪਿਓ ਪੁੱਤ ਹੈਗਾ,
ਇਹਨਾਂ ਤਾਂ ਪਤਾ ਹੋਣਾ ਪੈਨਸ਼ਨ ਤਾਂ ਰਿਟਾਇਰ ਬੰਦੇ ਨੂੰ ਮਿਲਦੀ ਹੈ। ਸਾਡੀ ਵੱਡੀ ਕਿਰਪਾ ਨਾਲ ਸਾਡੇ ਬਾਪੂ ਜੀ ਤਾਂ 9 ਵਾਰੀ ਜਿੱਤੇ ਹੋਏ ਨੇ, ਅੱਜ ਤਾਂ ਹੀ ਨਹੀਂ ਰਿਟਾਇਰ ਹੋਏ ਤੇ ਪੈਨਸ਼ਨ ਕਿੱਥੋਂ ਮਿਲ ਜਾਊਗੀ? ਝੂਠ ਦੇ ਉੱਤੇ ਝੂਠ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਨੇ। ਤੇ ਅਜੇ ਤਾਂ ਲੋਕਾਂ ਨੇ ਇੱਕ ਵਾਰ ਦੇਖ ਲੈਣਾ ਦਵਾਨੀ ਪੈਨਸ਼ਨ ਦੀ ਕਦੇ ਜ਼ਿੰਦਗੀ 'ਚ ਲਈ ਤੇ ਪਰਮਾਤਮਾ ਤੇ ਤੁਹਾਡੀ ਕਿਰਪਾ ਦੇ ਨਾਲ ਨਾ ਕਦੇ ਤੁਸੀਂ ਇਸ ਲੈਣ ਵਾਲੇ ਹਾਲਾਤ 'ਚ ਤੁਸੀਂ ਹਮੇਸ਼ਾ ਇਹਨਾਂ ਨੂੰ ਆਪਣੀ ਸੇਵਾ ਵਿੱਚ ਲਗਾ ਕੇ ਰੱਖਣਾ ਹੈ। ਸੋ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ ਕਰਦੀ ਹਾਂ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬੈਠ ਕੇ ਬੋਲੋ। ਇਸ ਦੇ ਨਾਲ ਹੀ ਹੁਣ ਮੈਂ ਸਤਿਕਾਰ ਸਹਿਤ ਬੇਨਤੀ ਕਰੂੰਗਾ, ਬਾਦਲ ਸਾਹਿਬ ਜਕਾਰੇ ਲਾਵਾਂਗੇ। ਬਹੁਤ ਵੱਡੀ ਸੇਵਾ ਤੁਹਾਡੀ ਜੀ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੋਲੇ ਸੋ ਨਿਹਾਲ। ਹੁਣ ਮੈਂ ਸਤਿਕਾਰ ਸਹਿਤ ਬੇਨਤੀ ਕਰੂੰਗਾ, ਫਖਰੇ ਕੌਮ ਪੰਥ ਰਤਨ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਆਪਣੇ ਨਾਲ ਵਿਚਾਰ ਸਾਂਝੇ ਕਰਨਗੇ ਜੀ। ਸਤਿਕਾਰਯੋਗ ਬੀਬਾ ਹਰਸਿਮਰਤ ਕੌਰ ਜੀ, ਮੈਂਬਰ ਪਾਰਲੀਮੈਂਟ ਤੇ ਇਸ ਇਲਾਕੇ ਦੇ ਬਹੁਤ ਹੀ ਪੰਥਕ ਸੋਚ ਵਾਲਾ ਨਗਰ ਦੀ ਸਮੂਹ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਬੜੀ खुशकिस्मती है और मैं अपने आप को बड़ा भागा वाला समझदा कि अज इस नगर की संगत की दर्शन करन दा मौका मिले। पिछला समा पंजाब ते देश से इहो जिहा लंघिया, बीमारियां एजियां कि डॉक्टर ने ये मना करता सी कि इकट्ठा च ना जाओ, आहतियात वरतो, आहतियात वरतो। इस करे पिछे गैप पै गया। नहीं तो मैं हमेशा ही करता हुंदा सा कि जे किसी की मौत हो जाए बेशक उतर ना जाए, लेकिन मगरों गरीब तो गरीब भरा दे भी अफसोस करन जांदा सा ते शादियां ते भी जांदा सा। देखो अज बीबा जी ने थोड़े सामने विस्तार नाल दस्सिया कि जे अपनी सरकार बनी तो की कुछ किया जाऊगा। मैं वो गल्लां दोबारा नहीं कहना चाहता, क्योंकि सरकार ते लोकां नूं अतबार ही होना चाहिए कि जे इस पार्टी की सरकार बन गई तो जो कुछ साडे दिल च है, जो साडे दिमाग च है, वो सारियां चीज़ां होणगियां। मैं जो कुछ अपने थोड़ी किरपा दे नाल, वाहिगुरू की किरपा दे नाल 5 वारी मुख मंत्री बने और उस समय विच जिहड़ी लोकां दी लोड़ सी ਉਹ ਲੋਕਾਂ ਤੋਂ ਨਹੀਂ ਕੋਇਆ, ਆਪ ਉਹਨੂੰ ਸਮਝਿਆ ਕਿ ਮੈਨੂੰ ਕੀ ਕੁਝ ਕਰਨਾ ਚਾਹੀਦਾ ਹੈ ਤੇ ਉਹ ਜੋ ਕੁਝ ਮੇਰੇ ਦਿਮਾਗ 'ਚ ਆਇਆ, ਕਿਉਂਕਿ ਮੈਂ ਤੁਹਾਡੇ 'ਚ ਰਹਿਣ ਵਾਲਾ, ਪਿੰਡਾਂ 'ਚ ਰਹਿਣ ਵਾਲਾ, ਪਿੰਡ ਦਾ ਸਰਪੰਚ ਵੀ ਰਿਹਾ, ਬਲਾਕ ਸੰਮਤੀ ਦਾ ਚੇਅਰਮੈਨ ਵੀ ਰਿਹਾ ਔਰ ਮੈਨੂੰ ਪੇਂਡੂ ਜ਼ਿੰਦਗੀ, ਗਰੀਬ ਦੀ ਕੀ ਹਾਲਤ ਹੈ, ਕਿਸਾਨ ਦੇ ਕੀ ਮਸਲੇ ਹਨ, ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ ਮੈਨੂੰ ਕੋਈ ਅਫਸਰ ਦੱਸਦਾ ਤਾਂ ਫਿਰ ਮੈਂ ਕਰਦਾ। ਇਸ ਲਈ ਹਰ ਭਾਈਚਾਰੇ ਵਾਸਤੇ ਵੱਡੇ ਫੈਸਲੇ ਲਏ, ਜਿਵੇਂ ਕਿਸਾਨ ਦਾ ਵੱਡਾ ਖਰਚਾ ਜਿਹੜਾ ਸੀ ਉਹ ਜੋ ਸਰਕਾਰ ਤੋਂ ਕਰਾਉਂਦੀ ਸੀ, ਇੱਕ ਤਾਂ ਕਰਾਉਂਦੀ ਸੀ ਟਿਊਬਵੈੱਲਾਂ ਦੇ ਖਰਚੇ, ਇੱਕ ਨਹਿਰ ਦਾ ਜਿਹੜਾ ਪਾਣੀ ਹੈ ਇਹਦਾ ਮਾਮਲਾ। मैं कहा भी ये 2 तो आप नहीं लेने, क्योंकि सरकार ये लैंदी है, मैं माफ कर सकता। जिस दिन का मैं माफ किया
ਦੇਖੋ ਇੱਕ ਫੈਸਲਾ ਕੋਈ ਲੈ ਲੇ, ਉਦੋਂ ਬਾਅਦ ਅਗਲੀਆਂ ਸਰਕਾਰਾਂ ਨੂੰ ਵੀ ਉਹਦੇ ਪਿੱਛੇ ਚੱਲਣਾ ਪੈਂਦਾ ਹੈ। ਜੇ ਗਰੀਬ ਨੂੰ ਲੋੜ ਸੀ ਵੀ ਇਹਨੂੰ ਘੱਟੋ ਘੱਟ ਰੋਟੀ ਖਾਣ ਦਾ ਤਾਂ ਫਿਕਰ ਮੁੱਕ ਜਾਏ, ਆਟਾ ਦਾਲ ਉਹ ਵੀ ਕੀਤਾ, ਪੈਨਸ਼ਨਾਂ ਵੀ ਕੀਤੀਆਂ, ਸ਼ਗਨ ਸਕੀਮਾਂ ਵੀ ਕੀਤੀਆਂ, ਧਰਮਸ਼ਾਲਾ ਵੀ ਬਣਾਈਆਂ। ਆ ਤੁਹਾਡੇ ਸਾਰੇ ਪਿੰਡਾਂ ਵਿੱਚ ਕੰਕਰੀਟ ਦੀਆਂ ਗਲੀਆਂ ਬਣਾਈਆਂ। ਮੇਰਾ ਖਿਆਲ ਹੈ ਕਿ ਹਿੰਦੁਸਤਾਨ 'ਚ ਕਿਤੇ ਨਹੀਂ ਜਿਹੜੀਆਂ ਕਿ ਇੱਥੇ ਕੰਕਰੀਟ ਦੀਆਂ ਗਲੀਆਂ ਬਣਾਈਆਂ। ਚਲੋ ਮੈਂ ਇਸ ਗੱਲ 'ਚ ਨਹੀਂ ਲੰਮਾ ਜਾਣਾ ਚਾਹੁੰਦਾ। ਮੈਂ ਇੱਕ ਗੱਲ ਦੇ ਵਧਾਈ ਦੇਣਾ ਚਾਹੁੰਦਾ ਬੀਬੀ ਹਰਸਿਮਰਤ ਕੌਰ ਨੂੰ ਕਿ ਦੇਖੋ ਕੋਈ ਚੌਕੀਦਾਰ ਵੀ ਹੋਵੇ ਉਹ ਛੱਡਣਾ ਨਹੀਂ ਚਾਹੁੰਦਾ, ਲੇਕਿਨ ਇੱਕ ਸੈਂਟਰ ਦੀ ਮਿਨਿਸਟਰੀ ਜਿਹੜੀ ਕਿ ਬਹੁਤ ਵੱਡੀ ਮਿਨਿਸਟਰੀ ਹੁੰਦੀ ਹੈ, ਉਹ ਇਸ ਕਰਕੇ ਇਹਨਾਂ ਨੇ ਛੱਡੀ ਕਿ ਇਹੋ ਜਿਹੇ ਕਾਲੇ ਕਾਨੂੰਨ ਬਣਾਏ ਮੋਦੀ ਸਾਹਿਬ ਨੇ ਕਿ ਜਿਹਦੇ ਨਾਲ ਮਜ਼ਦੂਰ ਤੇ ਕਿਸਾਨ ਦਾ ਲੰਮਾ ਬਹੁਤ ਨੁਕਸਾਨ ਹੋਣਾ ਸੀ। ਹੋਰ ਕਿਸੇ ਨੇ ਕੋਈ ਅਸਤੀਫਾ ਨਹੀਂ ਦਿੱਤਾ, ਬੀਬੀ ਹਰਸਿਮਰਤ ਕੌਰ ਨੇ ਵਜ਼ਾਰਤ ਤੋਂ ਅਸਤੀਫਾ ਦਿੱਤਾ। ਵੱਡੀ ਗੱਲ, ਕਈ ਦਫਾ ਆਪਣੇ ਲੋਕਾਂ ਨੂੰ ਪਤਾ ਨਹੀਂ ਹੁੰਦਾ, ਸਾਰੇ ਦੇਸ਼ ਵਿੱਚ ਇੰਨੀਆਂ ਪਾਰਟੀਆਂ ਹੈ, ਉਸ ਕਾਨੂੰਨਾਂ ਦੇ ਖਿਲਾਫ ਕਿਸੇ ਨੇ ਵੋਟ ਨਹੀਂ ਕੀਤੀ। ਉੱਥੇ ਵੋਟਾਂ ਪੈਂਦੀਆਂ ਜਦੋਂ ਕਾਨੂੰਨ ਬਣਦਾ ਹੈ। ਜਦੋਂ ਕਾਨੂੰਨ ਬਣਿਆ ਦੂਜੀਆਂ ਪਾਰਟੀਆਂ ਬੁਲਾ ਲਾ ਕੇ ਵਾਕਆਊਟ ਕਰ ਲਈਆਂ। ਸਿਰਫ ਇਹਨਾਂ ਕਾਨੂੰਨਾਂ ਦੇ ਜੇ ਖਿਲਾਫ ਵੋਟ ਪਈਆਂ, 2 ਵੋਟਾਂ ਪਈਆਂ, ਇੱਕ ਬੀਬੀ ਹਰਸਿਮਰਤ ਕੌਰ ਦੀ ਤੇ ਇੱਕ ਆਪਣੇ ਸੁਖਬੀਰ ਦੀ। ਹੋਰ ਕਿਸੇ ਨੇ ਇਸ ਦੇ ਖਿਲਾਫ ਵੋਟ ਨਹੀਂ ਪਾਈ। ਅੱਜ ਮੈਂ ਵਧਾਈ ਦਿੰਦਾ ਕਿ ਸੰਘਰਸ਼ ਤਾਂ ਬਹੁਤ ਹੋਇਆ, ਬਹੁਤ ਕੁਰਬਾਨੀਆਂ ਹੋਈਆਂ, ਲੇਕਿਨ ਤੁਹਾਡੀ ਕੁਰਬਾਨੀ ਦਾ ਸਦਕਾ ਉਹ ਕਾਨੂੰਨ ਜਿਹੜੇ ਹੈ ਉਹ ਮਜਬੂਰ ਹੋ ਕੇ ਮੋਦੀ ਸਰਕਾਰ ਨੂੰ ਵਾਪਸ ਲੈਣੇ ਜਿਹੜੇ ਹੈ ਉਹ ਪਾਏ। ਦੂਸਰਾ ਮੈਂ ਬੇਨਤੀ ਕਰਦਾ ਕਿ ਦੇਖੋ ਤੁਸੀਂ ਹੁਣ ਥੋੜੇ ਚਿਰ ਨਵੇਂ ਇਲੈਕਸ਼ਨ ਆਉਣੇ ਆ ਅਸੈਂਬਲੀ ਦੇ। ਇਹ ਕੋਈ ਮਾਮੂਲੀ ਚੀਜ਼ ਨਹੀਂ ਅਸੈਂਬਲੀ ਜਾਂ ਪਾਰਲੀਮੈਂਟ ਦਾ ਇਲੈਕਸ਼ਨ। ਇਹ ਤੁਹਾਡੀ ਆਉਣ ਵਾਲੀਆਂ ਨਸਲਾਂ ਦਾ ਫਾਇਦਾ ਨੁਕਸਾਨ ਇਹਦੇ ਤੇ ਨਿਰਭਰ ਹੁੰਦਾ ਹੈ। ਇਹ ਕਾਂਗਰਸ ਪਾਰਟੀ ਦੇਖੋ, ਮੈਂ ਤਾਂ ਹੁਣ ਕੋਈ 70 ਸਾਲਾਂ ਦਾ, ਉਮਰ ਤਾਂ ਮੇਰੀ 94 ਸਾਲ ਹੋ ਗਈ ਤੇ 70 ਸਾਲਾਂ ਦਾ ਤਾਂ ਮੈਂ ਐਕਟਿਵਲੀ ਕੰਮ ਕਰ ਰਿਹਾ ਪਾਰਟੀ। ਜਿੰਨਾ ਨੁਕਸਾਨ ਕਾਂਗਰਸ ਨੇ ਪੰਜਾਬੀਆਂ ਦਾ ਕੀਤਾ ਹੈ, ਹਾਲਾਂਕਿ ਪੰਜਾਬੀ ਸਭ ਤੋਂ ਵੱਧ ਕੁਰਬਾਨੀਆਂ ਤੁਸੀਂ ਕੀਤੀਆਂ। ਆਜ਼ਾਦੀ ਦੀ ਲੜਾਈ ਵਿੱਚ ਤੁਹਾਨੂੰ ਉਜੜ ਕੇ ਵੀ ਆਉਣਾ ਪਿਆ, ਘਰ-ਬਾਰ ਛੱਡਣੇ ਪਏ, ਆਪਣਾ ਸਭ ਕੁਝ ਤੁਸੀਂ ਵਾਰ ਦਿੱਤਾ, ਪਰ ਮਨ ਤੇ ਬੋਝ ਨਹੀਂ ਪਾਇਆ ਕਿ ਚਲੋ ਅਸੀਂ ਤਾਂ ਉਜੜ ਕੇ ਦੇਸ਼ ਤਾਂ ਆਜ਼ਾਦ ਹੋ। ਲੇਕਿਨ ਸਾਡੇ ਨਾਲ ਨਫ਼ਰਤ ਔਰ ਐਡੀ ਵੱਡੀ ਨਫ਼ਰਤ, ਇੰਨਾ ਸਾਡੇ ਤੇ ਪਾਪ ਵੱਜਰ ਪਾਪ ਕੀਤਾ ਕਿ ਸ਼ਾਇਦ ਮੁਗਲਾਂ ਨੇ ਤੇ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ। ਦੇਖੋ ਸਭ ਤੋਂ ਸਾਨੂੰ ਬੱਚਿਆਂ ਨਾਲੋਂ ਪਿਆਰਾ, ਪਰਿਵਾਰਾਂ ਨਾਲੋਂ ਪਿਆਰਾ, ਜ਼ਿੰਦਗੀ ਨਾਲੋਂ ਪਿਆਰਾ ਹਰਿਮੰਦਰ ਸਾਹਿਬ ਹੈ। ਹਰਿਮੰਦਰ ਸਾਹਿਬ ਤੇ ਫੌਜੀ ਹਮਲਾ ਇਹ ਕਾਂਗਰਸ ਨੇ ਕੀਤਾ, ਔਰ ਜਿਹੜੇ ਉਹ ਪਾਰਟੀ ਦਾ ਸਾਥ ਦਿੰਦੇ ਆ ਉਹਨਾਂ ਨੂੰ ਉਹ ਇਹ ਤਸਦੀਕ ਕਰਦੇ ਆ ਕਿ ਜੋ ਕੁਛ ਇਹ ਹਮਲਾ ਹੋਇਆ ਸੀ ਇਹ ਠੀਕ ਹੋਇਆ। ਕੀ ਤੁਸੀਂ ਇਹ ਠੀਕ ਇਹਦੇ ਤੇ ਸਰਟੀਫਿਕੇਟ ਦੇ ਸਕਦੇ ਹੋ? ਇਹ ਇਕੱਲਾ ਇਹੀ ਨਹੀਂ, ਇੱਕ ਪਾਰਟੀ ਨੇ ਆਪਦੇ ਹੀ ਬੰਦਿਆਂ ਨੂੰ ਕਤਲੇਆਮ ਕੀਤਾ ਦਿੱਲੀ ਤੇ ਹੋਰ ਥਾਵਾਂ ਤੇ, ਟਾਇਰ ਪਾਰ ਸਾੜਿਆ। ਇੰਨਾ ਵੱਡਾ ਪਾਪ, ਇੰਨਾ ਬੱਜਰ ਪਾਪ ਮੁਗਲਾਂ ਨੇ ਵੀ ਨਹੀਂ ਕੀਤਾ। ਇਸ ਕਰਕੇ ਵੀਰੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹ ਜੀ ਪਾਰਟੀ ਜਿਹੜੀ ਹੈ ਉਹਨੂੰ ਤਾਂ ਨੇੜੇ ਵੀ ਨਹੀਂ, ਪਿੰਡ 'ਚ ਵੀ ਨਹੀਂ, ਇਹੋ ਜਿਹੇ ਪਾਪੀ ਲੋਕਾਂ ਨੂੰ ਤਾਂ ਪਿੰਡ 'ਚ ਵੀ ਨਹੀਂ ਵੜਨ ਦੇਣਾ ਚਾਹੀਦਾ, ਵੋਟ ਤੱਕ ਹੀ ਦੇਣੀ ਚਾਹੀਦੀ। ਇਸ ਲਈ ਮੇਰੀ ਤੁਹਾਡੇ ਕੋਲ ਬੇਨਤੀ ਹੈ ਕਿ ਹੁਣੇ ਥੋੜੇ ਦਿਨਾਂ 'ਚ ਕੋਡ ਵੀ ਲੱਗ ਜਾਣਾ ਹੈ ਤੇ ਫਿਰ ਵੀ ਤੁਹਾਡੇ ਕੋਲੇ ਹਾਜ਼ਰੀ ਭਰਦੇ ਰਵਾਂਗੇ।
ਜੇ ਸਿਹਤ ਨੇ ਇਜਾਜ਼ਤ ਦਿੱਤਾ, ਮੇਰਾ ਤਾਂ ਹੁਣ ਵੀ ਕੰਮ ਥੋੜਾ ਜਿਹਾ ਢਿੱਲਾ ਹੀ ਸੀ, ਪਰ ਮੈਨੂੰ ਕੱਲ ਹੀ ਮੇਰਾ ਮਨ ਬਣਿਆ। ਸਾਰਾ ਪਿੰਡ ਤੁਹਾਡੇ ਨਾਲ ਆ, ਬਿਨਾਂ ਆਖੇ ਲੋਕ ਆਏ ਆ, ਤੁਹਾਡੇ ਪਿਆਰ ਨੂੰ ਆਏ ਆ। ਨਹੀਂ ਮੈਂ ਸਮਝਦਾ ਕਾਕਾ, ਮੈਨੂੰ ਪਤਾ ਹੈ, ਮੈਨੂੰ ਜੀ, ਮੈਂ ਇੱਕ ਗੱਲ ਜਾਣਦਾ ਤੇ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ। ਤੁਸੀਂ ਇਕੱਲਾ ਮੈਨੂੰ ਵੋਟਾਂ ਨਹੀਂ ਪਾਈਆਂ, ਮੈਨੂੰ 5 ਵਾਰੀ ਮੁੱਖ ਮੰਤਰੀ ਵੀ ਤੁਸੀਂ ਬਣਾਇਆ ਹੈ, ਸੈਂਟਰ 'ਚ ਵੀ ਮੈਨੂੰ ਮਿਨਿਸਟਰ ਬਣਾਇਆ ਹੈ, ਔਰ ਇਹ ਤੋਂ ਇਲਾਵਾ ਇਕੱਲਾ ਇਹ ਨਹੀਂ ਕੀਤਾ, ਮੇਰੇ ਨਾਲ ਜੇਲ੍ਹਾਂ 'ਚ ਵੀ ਗਏ ਹੋ। ਔਖੇ ਸਮੇਂ ਸੌਖੇ ਸਮੇਂ ਤੁਸੀਂ ਮੇਰਾ ਸਾਥ ਦਿੱਤਾ ਹੈ। ਮੈਨੂੰ ਇਹ ਵੀ ਉਹ ਬਾਬਾ ਹੁਣ ਵਾਲੇ ਸਿੰਘ ਘੱਟ ਜਾਂਦੇ, ਜੇਲ੍ਹਾਂ 'ਚ ਲੱਗ ਜਾਂਦੇ। ਇਹ ਪਹਿਲੇ ਸਨ, ਵੇਖੋ ਪਹਿਲਿਆਂ ਨਾਲੋਂ ਆਪਾਂ ਘੱਟ ਗਏ, ਪਿੱਛੇ ਘੱਟ ਗਏ। ਅੱਗੇ ਤਾਂ ਲੋਕਾਂ ਨੇ ਸੀਸ ਦਿੱਤੇ, ਉਹਨਾਂ ਨੇ ਬੰਦ ਕਟਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਦੇ ਚੜੇ, ਤੇ ਹੁਣ ਤਾਂ ਚਲੋ ਜੀ ਥੋੜਾ ਬਹੁਤ ਜਿੰਨਾ ਕਾ ਉਹੀ ਬਹੁਤ ਵਧੀਆ ਹੈ। ਇਸ ਕਰਕੇ ਮੈਂ ਲੰਮਾ ਸਮਾਂ ਨਹੀਂ, ਕਿਉਂਕਿ ਮੈਂ ਤਾਂ ਸਮਝ ਸਕਿਆ 2-3 ਪਿੰਡਾਂ ਦਾ ਕੰਮ ਹੈ, ਇਹਨਾਂ ਨੇ 8 ਪਿੰਡਾਂ ਦਾ ਪ੍ਰੋਗਰਾਮ ਹੈ, ਪਰ ਚਲੋ ਕੋਈ। ਤੇ ਮੈਂ ਤੁਹਾਡਾ ਸਾਰੇ ਸੰਗਤ ਦਾ ਬਹੁਤ ਧੰਨਵਾਦ ਕਰਦਾ, ਬੇਨਤੀ ਕਰਦਾ ਕਿ ਜਿਹੜੇ ਭਰਾ ਕੋਈ ਥੋੜਾ ਬਹੁਤ ਉਹਦੇ ਵੀ ਭਾਈ ਮਿਹਨਤ ਕਰੋ, ਕਿ ਇਹ ਆਪਣਾ ਮਸਲਾ ਕੋਈ ਜਾਤੀ ਨਹੀਂ, ਇਹ ਸਾਰੇ ਪੰਜਾਬ ਦਾ ਮਸਲਾ ਹੈ। ਦੇਖੋ ਕੀ ਹਾਲਤ ਹੈ ਕਿ ਇਹ ਸਰਕਾਰ ਦੇ ਸਮੇਂ ਹਰਮੰਦਰ ਸਾਹਿਬ ਤੇ ਫੇਰ ਹਮਲਾ ਹੋਇਆ। ਉਹ ਠੀਕ ਹੈ। ਦੇਖੋ ਮੈਂ ਦੱਸਾਂ ਇੱਕ ਗੱਲ ਹੋਰ ਕਰਕੇ ਮੈਂ ਖਤਮ ਕਰਦਾ। ਭਾਈ ਇੱਕ ਮਿੰਟ ਸਾਰੇ ਨਾ ਬੋਲੋ। ਆ ਬੀਬਾ ਬੈਠੀ ਹੈ, ਸਾਡੇ ਘਰ 'ਚ ਕਦੇ ਨਹੀਂ ਸੀ ਕਿ ਬੀਬੀਆਂ ਇਲੈਕਸ਼ਨ ਲੜਨ, ਲੇਕਿਨ ਅਮਰਿੰਦਰ ਸਿੰਘ ਦਾ ਲੜਕਾ ਉਦੋਂ ਪਾਰਲੀਮੈਂਟ ਦਾ ਹਲਕੇ 'ਚ ਇਲੈਕਸ਼ਨ ਲੜਿਆ, ਤੇ ਅਮਰਿੰਦਰ ਸਿੰਘ ਨੇ ਲਲਕਾਰਿਆ ਕਿ ਬਾਦਲ ਵਾਲਿਆਂ ਨੂੰ ਕਹੋ ਕਿ ਜੇ ਹੋਰ ਕਿਸੇ ਨੂੰ ਬਲੀ ਦਾ ਬੱਕਰਾ ਨਾ ਬਣਾਉਣ, ਜੇ ਕਿਸੇ ਨੂੰ ਲੜਾਉਣਾ ਆਪਣੇ ਪਰਿਵਾਰ 'ਚ ਲੜਾਓ। ਹੁਣ ਸਾਡੇ ਤਾਂ ਕੋਈ ਪਰਿਵਾਰ 'ਚ ਖੜੇ ਹੋਣ ਵਾਲਾ ਨਹੀਂ ਸੀ, ਮੈਂ ਵੀ ਮੈਂਬਰ ਸਾਂ, ਦਾਸ ਜੀ ਵੀ ਮੈਂਬਰ ਸਨ, ਮਨਪ੍ਰੀਤ ਵੀ ਉਹ ਨਾਲ ਸੀ, ਤੇ ਫਿਰ ਕੀ ਕਰੀਏ। ਮੈਂ ਕਿਹਾ ਚਲੋ ਇੱਕ ਵਾਰੀ ਕਹਿਤਾ ਕੋਈ ਗੱਲ ਨਹੀਂ। ਉਹ ਰੋਜ਼ ਹੀ ਜਿਵੇਂ ਆਪਣੇ ਘਰ ਦੇ ਅੱਗੇ ਆ ਕੇ ਬੜਕਾ ਕੋ ਮਾਰਦਾ, ਤੇ ਫਿਰ ਤੋਂ ਬਰਦਾਸ਼ਤ ਨਹੀਂ ਹੁੰਦਾ, ਉਹ ਰੋਜ਼ ਹੀ ਅਖਬਾਰਾਂ 'ਚ ਆ ਜਾਏ। ਫਿਰ ਮੈਂ ਸੁਖਬੀਰ ਨਾਲ ਸਲਾਹ ਕੀਤੀ ਵੀ ਹੁਣ ਤਾਂ ਆਪਾਂ ਨੂੰ ਕੌੜਾ ਕੁੱਟ ਭਰਨਾ ਹੀ ਪਊਗਾ, ਹੁਣ ਬੀਬਾ ਸਿਮਰਤ ਕੌਰ ਨੂੰ ਇੱਕ ਪਾਰਲੀਮੈਂਟ 'ਚ ਖੜਾ ਕਰਨਾ ਪਊਗਾ। ਤੇ ਤੁਸੀਂ ਸੱਚ ਦੱਸਿਓ, ਇਹਨਾਂ ਦੀਆਂ ਬੱਚੀਆਂ ਮੈਨੂੰ ਉੱਥੋਂ ਟੈਲੀਫੋਨ ਆਇਆ ਵੀ ਦਾਦਾ ਜੀ ਮੇਰੀ ਮਦਰ ਨੂੰ ਨਾ ਖੜਾ ਕਰਿਓ, ਇਹਨੂੰ ਟਿਕਟ ਨਾ ਦਿਓ, ਫਿਰ ਸਾਨੂੰ ਕੌਣ ਸੰਭਾਲੂਗਾ। ਮੈਂ ਕਿਹਾ ਬੀਬਾ ਹੁਣ ਤੁਸੀਂ ਰੱਬ ਆਸਰੇ। ਹੁਣ ਜਿੱਥੇ ਪਾਰਟੀ ਦੇ ਵਕਾਰ ਦਾ ਸਵਾਲ ਆ ਗਿਆ, ਉਹ ਬਰਦਾਸ਼ਤ ਨਹੀਂ ਹੁੰਦਾ, ਖਾਸ ਕਰਕੇ ਕਾਂਗਰਸ ਪਾਰਟੀ ਦਾ। ਤੇ ਫਿਰ ਇਹਨਾਂ ਨੂੰ ਖੜਾ ਕੀਤਾ। ਪਰ ਮੈਂ ਇਹਨਾਂ ਨੂੰ ਵਧਾਈ ਦਿੰਦਾ ਕਿ ਇਹਨਾਂ ਨੇ ਛੱਡਣ ਵੇਲੇ ਵੀ ਕਸਰ ਨਹੀਂ ਛੱਡੀ, ਵੋਟ ਵੀ ਦਲੇਰੀ ਨਾਲ ਪਾਈ, ਔਰ ਉੱਥੇ ਜਿੰਨਾ ਚਿਰ ਕੰਮ ਕੀਤਾ ਕਰ ਰਹੇ ਨੇ। ਮੇਰਾ ਖਿਆਲ ਅਜੇ ਤੱਕ ਪਾਰਲੀਮੈਂਟ ਦੇ ਮੈਂਬਰ ਨੇ ਕਿਸੇ ਨੇ ਐਡਾ ਹਿੱਸਾ ਨਹੀਂ ਲਿਆ ਵਧੀਆ ਜਿੰਨਾ ਇਹਨਾਂ ਨੇ ਪਾਰਲੀਮੈਂਟ 'ਚ ਹਿੱਸਾ ਲਿਆ। ਇਸ ਕਰਕੇ ਇਹਨਾਂ ਨੂੰ ਇਸ ਗੱਲ ਦੀ ਮੈਂ ਵਧਾਈ ਦੇਣਾ ਚਾਹੁੰਦਾ। ਤੇ ਤੁਹਾਡਾ ਮੇਰੇ ਕੋਲ ਤਾਂ ਯੋਗ ਲਫ਼ਜ਼ ਨਹੀਂ ਭਰਾਵੋ, ਜੋ ਤੁਸੀਂ ਮੇਰੇ ਸਿਰ ਤੇ ਹੱਥ ਰੱਖਿਆ, ਮੇਰੇ ਤੇ ਬਖਸ਼ੀਆਂ ਕੀਤੀਆਂ, ਮਿਹਰਾਂ ਕੀਤੀਆਂ, ਔਰ ਮੈਨੂੰ ਤੁਸੀਂ ਇੰਨਾ ਮਾਣ ਦਿੱਤਾ ਹੈ। ਮੈਂ ਤੁਹਾਡਾ ਸਾਰੇ ਭੈਣ ਭਰਾਵਾਂ ਦਾ, ਵੀਰਾਂ ਦਾ, ਸਭ ਦਾ ਧੰਨਵਾਦ ਕਰਦਾ। ਔਰ ਤੁਹਾਨੂੰ ਯਕੀਨ ਦਿਵਾਉਂਦੇ ਆ ਕਿ ਜਦੋਂ ਜੇ ਸਰਕਾਰ ਤੁਸੀਂ ਬਣਾਓਗੇ, ਜਿਹੜੀ ਕਿ ਬਣਾ ਦੇਣੀ ਹੈ, ਤਾਂ ਫਿਰ ਆ ਕਿਸੇ ਤੋਂ ਪੁੱਛਣ ਦੀ ਗੱਲ ਨਹੀਂ। ਮੈਂ ਐ ਨਹੀਂ ਲੋਕ ਮੈਨੂੰ ਆਖਣ ਜਾਂ ਕਿਸੇ ਨੂੰ ਆਖਣ, ਮੈਂ ਤਾਂ ਸੰਗਤ ਦਰਸ਼ਨ ਕਰਦਾ ਹੁੰਦਾ ਸਾਂ। ਕੋਈ ਪੰਜਾਬ ਦਾ ਪਿੰਡ ਨਹੀਂ ਜਿਹਦੇ 'ਚ ਮੈਂ ਨਹੀਂ ਗਿਆ, ਕੋਈ ਸ਼ਹਿਰ ਦਾ ਵਾਰਡ ਨਹੀਂ। ਇੱਕ ਬੰਦੇ ਦੇ ਕੀ ਤਕਲੀਫ ਹੈ, ਗਰੀਬ ਦੀ ਕੀ ਤਕਲੀਫ ਹੈ, ਕਿਸਾਨ ਦੀ ਕੀ, ਦੁਕਾਨਦਾਰ ਦੀ ਕੀ ਤਕਲੀਫ ਹੈ, ਉਹ ਮੈਨੂੰ ਸਾਰਾ ਮੇਰੇ ਦਿਮਾਗ 'ਤੇ ਲਿਖਿਆ। ਇਸ ਕਰਕੇ ਕੋਈ ਕਹਿਣ ਦੀ ਗੱਲ ਨਹੀਂ, ਇਹ ਸਾਡਾ ਫਰਜ਼ ਹੈ ਪਤਾ ਸਾਰੀਆਂ ਗੱਲਾਂ ਦਾ। ਤਾਂ ਹੀ ਇੰਨਾ ਕੁਛ ਹੋ ਗਿਆ। ਯਾਦਗਾਰਾਂ ਕਿੰਨੀਆਂ ਬਣਾਤੀਆਂ ਜਿਹੜੀਆਂ ਕਦੇ ਕਿਸੇ ਨੂੰ ਪਤਾ ਨਹੀਂ। ਮੇਰਾ ਖਿਆਲ ਅੱਜ ਵੀ ਹੁਣ ਜੇ ਪੁੱਛੀਏ ਵੱਡਾ ਘਾਲੂ ਕਰ ਕੀ ਸੀ, ਪਤਾ ਕਿਸੇ ਨੂੰ ਨਹੀਂ। ਮੇਰੇ ਖਿਆਲ ਇੰਨੇ ਬੰਦੇ ਸਿਆਣੇ ਵੀ ਬੈਠੇ ਆ,
ਵੱਡਾ ਘੱਲੂਘਾਰਾ ਉਹ ਸੀ ਜਿੱਥੇ 35,000 ਸਿੱਖ ਬੱਚੇ, ਬੀਬੀਆਂ, ਬਜ਼ੁਰਗ ਉਹ ਮੁਗਲਾਂ ਨੇ ਘੇਰ ਕੇ ਮਾਰੇ ਸਨ। 35,000 ਉਹ ਵੱਡਾ ਘੱਲੂਘਾਰਾ ਹੋਇਆ। ਇੱਕ ਛੋਟਾ ਹੋਇਆ ਹੈ ਜਿੱਥੇ 15,000 ਸਿੰਘਾਂ ਨੂੰ ਇਸ ਤਰ੍ਹਾਂ ਕਤਲ ਕੀਤਾ। ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਫਿਰ ਇਸ ਤਰ੍ਹਾਂ ਆਪਣੇ ਗੁਰੂ ਵਾਲਮੀਕ ਸਾਹਿਬ ਦੀ ਯਾਦਗਾਰ, ਗੁਰੂ ਰਵਿਦਾਸ ਜੀ ਦੀ ਯਾਦਗਾਰ, ਜੰਗੇ ਦਾਦੀ, ਕਿੰਨਾ ਦਾ ਨਾਂ ਲਾ, ਕਦੇ ਸੋਚਿਆ ਹੀ ਕਿਸੇ ਨੇ। ਦੇਖੋ ਸਰਕਾਰ ਚਲਾਉਣੀ ਇੱਕ ਐ ਨਹੀਂ ਕਿ ਮਾਮੂਲੀ ਗੱਲ ਹੈ ਵੀ ਸਰਕਾਰ ਹੈ ਜੀ ਇਹ ਤਾਂ ਬੜਾ ਵਧੀਆ ਕੰਮ ਹੈ। ਇਹਦੇ ਬਹੁਤ ਮਿਹਨਤ ਕਰਨੀ ਪੈਂਦੀ। ਰਾਤ ਨੂੰ ਵੀ ਤੁਹਾਨੂੰ ਸੁਪਨੇ ਲੋਕਾਂ ਦੇ ਆਉਣ ਕਿ ਆਹ ਤਕਲੀਫ ਹੈ, ਆ ਮੈਂ ਹੱਲ ਕਰਨਾ ਹੈ ਤੇ ਕਿਵੇਂ ਕਰੇ ਜਾਣ। ਹੁਣ ਤਾਂ ਤਨਖਾਹ ਹੀ ਨਹੀਂ ਦਿੱਤੀ ਜਾਂਦੀ, ਵਾਅਦੇ ਬੜੇ ਹੁੰਦੇ ਆ। ਕਿਹੜਾ ਕਿਸੇ ਨੇ ਪਤਾ ਨਹੀਂ ਕੋਡ ਲੱਗ ਜਾਣਾ ਫਿਰ 10 ਦਿਨਾਂ ਨੂੰ ਕੋਈ ਸਰਕਾਰ ਨਹੀਂ ਰਹਿਣੀ ਤੇ ਫਿਰ ਨਾ ਕਿਸੇ ਨੂੰ ਆਖਣਗੇ ਜੀ ਹੁਣ ਤਾਂ ਕੋਡ ਲੱਗ ਗਿਆ। ਰੋਜ਼ ਹੀ ਕਰੋੜਾਂ ਰੁਪਏ ਦੇ ਆ ਮੇਰੇ ਨਾਲ ਮੁਲਾਜ਼ਮ ਸਨ ਵਿਚਾਰੇ ਪੁਲਿਸ ਦੇ, ਉਹ ਆਦੇ ਸਾਨੂੰ ਤਨਖਾਹ ਹੀ ਨਹੀਂ ਮਿਲੀ। ਇਸ ਵੇਲੇ ਤਨਖਾਹ ਹੀ ਨਹੀਂ ਮਿਲਦੀਆਂ। ਜਿਹੜੀ ਗੌਰਮੈਂਟ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦੇ ਸਕਦੀ ਉਹ ਡਿਵੈਲਪਮੈਂਟ ਕੀ ਕਰ ਸਕਦੀ ਹੈ। ਅਸੀਂ ਜਿੰਨਾ ਇੱਕ ਪਿੰਡ ਦੇ ਲਾਇਆ ਹੈ ਇਹ ਇੱਕ ਬਲਾਕ ਤੇ ਵੀ ਨਹੀਂ ਲਾ ਸਕਦੇ। ਆ ਵੇਖ ਲਓ ਕਿਤੇ ਕੋਈ ਲੱਗਿਆ। ਆ ਜਿਹੜੀਆਂ ਸਕੀਮਾਂ ਥੋੜੀਆਂ ਬਹੁਤ ਆਈਆਂ ਇਹ ਉਹ ਆਪਣੇ ਵੇੜੇ ਲਈ ਪੈਸੇ ਪੂਸੇ ਦਿੱਤੇ ਚਾਹੇ ਖਰਚ ਕਰੀ ਗਏ ਨੇ, ਨਵਾਂ ਇੱਥੇ ਕੁਛ ਨਹੀਂ। ਇਸ ਕਰਕੇ ਚਲੋ ਇਹਦਾ ਕੋਈ ਫਾਇਦਾ ਨਹੀਂ। ਮੈਂ ਬੀਬਾ ਹਰਸਿਮਰਤ ਕੌਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜਾ ਮੌਕਾ ਸੰਭਾਲਿਆ ਔਰ ਇੱਜ਼ਤ ਪੰਜਾਬ ਦੀ ਇੱਜ਼ਤ ਰੱਖੀ ਔਰ ਵਜ਼ਾਰਤ ਛੱਡੀ, ਵੋਟ ਵੀ ਡਟ ਕੇ ਦਿੱਤੀ ਖਿਲਾਫ। ਔਰ ਇਸ ਪਾਰਟੀ ਨੇ ਜਿਹਦੇ ਨਾਲ ਐਡਾ ਤਲਕ ਸੀ ਉਹ ਤਲਕ ਵੀ ਛੱਡਿਆ। ਇਹ ਪਹਿਲਾਂ ਵੀ ਇਹੋ ਜਿਹੇ ਜਦੋਂ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਦੋਂ ਸਿੱਖ ਹੀ ਪ੍ਰੈਜ਼ੀਡੈਂਟ ਸੀ, ਸਿੱਖ ਹੀ ਹੋਮ ਮਿਨਿਸਟਰ ਸੀ, ਪਰ ਕਿਸੇ ਨੇ ਅਸਤੀਫਾ ਨਹੀਂ ਦਿੱਤਾ। 84 ਦੇ ਕਤਲਾਮ ਵੇਲੇ ਵੀ ਕਿਸੇ ਨੇ ਨਹੀਂ ਅਸਤੀਫਾ ਦਿੱਤਾ। ਉਹ ਤਾਂ ਸਿੱਧਾ ਹੀ ਗੌਰਮੈਂਟ ਨੇ ਕੀਤਾ ਸੀ ਤੇ ਹੁਣ ਉਹ ਵਿੱਚੇ ਰਹੇ। ਚਲੋ ਉਹ ਤਾਂ ਉਹਨਾਂ ਦੀ ਮਰਜ਼ੀ, ਪਰ ਆਪਾਂ ਆਪਣਾ ਫਰਜ਼ ਹਮੇਸ਼ਾ ਫਰਜ਼ ਆਪਦਾ ਪੂਰਾ ਅਦਾ ਕਰਨਾ ਚਾਹੀਦਾ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ।